जीवन की ज्योति है वचन तेरा है गुरु, अनंत जीवन है वचन तेरा है प्रभु, जीवन की ज्योति है वचन। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਇਸ ਦਿਨ ਦੇ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਜੋ ਉਸਨੇ ਸਾਨੂੰ ਆਪਣੀ ਕਿਰਪਾ ਦੇ ਨਾਲ ਦਿੱਤਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਵਚਨ ਦੇ ਉੱਤੇ ਵਿਚਾਰ ਕਰੀਏ ਅਤੇ ਪਰਮੇਸ਼ਵਰ ਦੀਆਂ ਮਹਾਨ ਗੱਲਾਂ ਨੂੰ ਸਿੱਖੀਏ, ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਕਿੰਨਾ ਮਹਾਨ ਹੈ ਜੋ ਨਿਤ ਪ੍ਰਤੀ ਦਿਨ ਮਨੁੱਖ ਜੀਵਨ ਦੇ ਲਈ ਚਿੰਤਤ ਆਪਣੇ ਵਚਨ ਦੇ ਰਾਹੀਂ ਆਤਮਿਕ ਮਨਾ ਦੇ ਕੇ ਉਸ ਨੂੰ ਤਗੜਿਆਂ ਕਰਦਾ ਹੈ ਅਤੇ ਆਪਣੇ ਰਾਹ ਦੇ ਵਿੱਚ ਚਲਾਉਂਦਾ ਹੈ। ਅਸੀਂ ਉਸ ਦੇ ਲਈ ਤੇਰੇ ਧੰਨਵਾਦੀ ਹਾਂ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਪਰਮੇਸ਼ਰ, ਬੇਨਤੀ ਕਰਦੇ ਹਾਂ ਅੱਜ ਦੇ ਵਚਨ ਦੀ ਤੌਫੀਕ ਸਾਨੂੰ ਦੇ, ਜਿਸ ਦੇ ਨਾਲ ਅਸੀਂ ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ, ਤੇਰੇ ਨਾਮ ਦੀ ਉਸਤਤ ਕਰ ਸਕੀਏ ਔਰ ਇਹ ਵਚਨ ਸਾਡੇ ਜੀਵਨ ਦੇ ਵਿੱਚ ਤੇਰੀ ਜਿਉਂਦੀ ਆਸ ਦੇ ਵਿੱਚ ਤੇਰੇ ਨਾਮ ਮਿਲਣ ਦੇ ਲਈ ਪ੍ਰਭਾਵਸ਼ਾਲੀ ਹੋ ਸਕੇ। ਇਹ ਸਾਰਾ ਆਦਰ ਮਾਨ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ 'ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅਸੀਂ ਆਪਣੇ ਜੀਵਨ ਦੇ ਵਿੱਚ ਆਪਣੀ ਜਵਾਨ ਦੇ ਬਾਰੇ ਅਕਸਰ ਕਈ ਤਰ੍ਹਾਂ ਦੀਆਂ ਗੱਲਾਂ ਕਰ ਬੈਠਦੇ ਹਾਂ ਜਿਸ ਦੇ ਨਾਲ ਸਾਡੇ ਜੀਵਨ ਦੇ ਵਿੱਚ ਨੁਕਸਾਨ ਹੋ ਜਾਂਦਾ ਹੈ। ਪਰ ਪਰਮੇਸ਼ਵਰ ਸਾਡੇ ਜੀਵਨ ਦੇ ਲਈ ਬਹੁਤ ਜ਼ਿਆਦਾ ਚਿੰਤਤ ਹੈ ਅਤੇ ਉਸ ਨੇ ਇਸ ਸਭ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਆਪਣਾ ਪਵਿੱਤਰ ਵਚਨ ਦਿੱਤਾ ਹੈ। ਅੱਜ ਅਸੀਂ ਇਸ ਪਵਿੱਤਰ ਵਚਨ ਦੀ ਸੱਚਾਈਆਂ ਨੂੰ ਆਪਣੇ ਵਿੱਚ ਜਾਣਾਂਗੇ ਔਰ ਇਸ ਸੱਚਾਈ ਨੂੰ ਜਾਣਨ ਦੇ ਲਈ ਜੋ ਪਰਮੇਸ਼ਵਰ ਨੇ ਆਪਣਾ ਪਵਿੱਤਰ ਆਤਮਾ ਦੇ ਰਾਹੀਂ ਵਚਨ ਦਿੱਤਾ ਹੈ ਉਹ ਹੈ ਇਬਰਾਨੀਆਂ ਦੀ ਪੁਸਤਕ, ਉਸ ਦਾ 4 ਅਧਿਆਇ, ਉਸ ਦੀ 12 ਆਇਤ। ਇੱਥੇ ਲਿਖਿਆ ਹੈ, ਕਿਉਂ ਜੋ ਪਰਮੇਸ਼ਵਰ ਦਾ ਵਚਨ ਜਿਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਔਰ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਸੁੱਟਦਾ ਹੈ ਅਤੇ ਬਿੰਨ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਪਿਆਰੇ ਅਜ਼ੀਜ਼, ਲੇਖਕ ਇਬਰਾਨੀਆਂ ਦਾ ਇੱਥੇ ਇਬਰਾਨੀ ਜੋ ਯਹੂਦੀ ਭਾਈ ਹੈ, ਜੋ ਮਸੀਹੀ, ਜੋ ਪਰਾਈਆਂ ਕੌਮਾਂ ਦੇ ਵਿੱਚੋਂ ਆਏ, ਉਹਨਾਂ ਦੇ ਨਾਲ ਜੋ ਵਾਦ ਵਿਵਾਦ ਵਧਿਆ ਸਾਂ, ਉਸ ਦੇ ਨਿਮਿਤ ਇੱਥੇ ਉਹਨਾਂ ਨਾਲ ਗੱਲ ਕਰਦਾ ਹੋਇਆ ਨਜ਼ਰ ਆਉਂਦਾ ਹੈ। ਇੱਥੇ ਕਹਿੰਦਾ ਹੈ, ਕਿਉਂ ਜੋ ਪਰਮੇਸ਼ਵਰ ਦਾ ਵਚਨ, ਕਿਉਂ ਜੋ ਪਰਮੇਸ਼ਵਰ ਦਾ ਵਚਨ। ਪਹਿਲੀ ਗੱਲ ਇੱਥੇ ਸਾਨੂੰ ਜੋ ਸਿੱਖਣ ਵਾਲੀ ਹੈ, ਵਚਨ ਕੀ ਹੈ। ਲੇਖਕ ਇੱਥੇ ਪਰਮੇਸ਼ਵਰ ਦੇ ਵਚਨ ਨੂੰ ਅਤੇ ਵਚਨ ਨੂੰ ਉਹਨਾਂ ਦੇ ਵਿੱਚ ਸੰਬੋਧਨ ਕਰਨਾ ਚਾਹੁੰਦਾ ਸੀ, ਕਿਉਂਕਿ ਇਬਰਾਨੀ ਲੋਕ ਜਿਹੜੇ ਸੀ ਉਹ ਵਚਨ ਦੀ ਮਹੱਤਵਤਾ ਬਹੁਤ ਜ਼ਿਆਦਾ ਰੱਖਦੇ ਹੁੰਦੇ ਸੀ। ਉਹ ਉਸ ਸ਼ਬਦ ਨੂੰ ਆਪਣੇ ਮੂੰਹ ਦੇ ਵਿੱਚ ਲਿਆਉਂਦੇ ਨਹੀਂ ਸੀ, ਕਿਉਂਕਿ ਉਹ ਕਹਿੰਦੇ ਸੀ ਕਿ ਜੋ ਪਰਮੇਸ਼ਵਰ ਦਾ ਸ਼ਬਦ ਹੈ ਉਹ ਮਹਾ ਪਵਿੱਤਰ ਹੈ, ਅਸੀਂ ਉਸ ਦੇ ਯੋਗ ਨਹੀਂ। ਉਹ ਵਚਨ ਨੂੰ ਇੰਨਾ ਆਦਰ ਅਤੇ ਇੰਨਾ ਸਨਮਾਨ ਦਿੰਦੇ ਸੀ, ਉਹ ਪਰਮੇਸ਼ਵਰ ਨੂੰ ਇੰਨਾ ਸਨਮਾਨ ਦਿੰਦੇ ਸੀ, ਇੰਨਾ ਆਦਰ ਦਿੰਦੇ ਸੀ, ਜਿੰਨਾ ਕਿ ਅੱਜ ਦੇ ਸਮੇਂ ਦੇ ਵਿੱਚ ਇਸ ਵਚਨ ਦਾ ਆਦਰ ਨਹੀਂ। ਅਸੀਂ ਦੇਖਦੇ ਹਾਂ ਕਿ ਇਸ ਵਚਨ ਨੂੰ
ਅੱਜ ਜ਼ਿਆਦਾਤਰ ਸੇਵਕ ਜਾਂ ਦੂਸਰੇ ਲੋਕ ਕਿਸ ਤਰ੍ਹਾਂ ਇਸਤੇਮਾਲ ਕਰਦੇ ਆ, ਜੇ ਕਿਸੇ ਨੇ ਕੋਈ ਗੱਲ ਕਰ ਦਿੱਤੀ ਤਾਂ ਉਸ ਨੂੰ ਕਟਾਸ਼ ਦੇ ਤੌਰ ਤੇ ਇਸਤੇਮਾਲ ਕਰਨਾ ਹੈ ਜਾਂ ਕਿਸੇ ਨੂੰ ਲਾ ਕੇ ਇਸਤੇਮਾਲ ਕਰਨਾ ਹੈ। ਮੇਰੇ ਪਿਆਰੇ ਭਰਾ ਅਤੇ ਭੈਣ, ਇਹ ਵਚਨ ਇਸ ਲਈ ਨਹੀਂ ਹੈ। ਇਹ ਵਚਨ ਸਾਡੀ ਪਵਿੱਤਰਤਾ ਦੇ ਲਈ ਸਾਨੂੰ ਦਿੱਤਾ ਗਿਆ ਸੀ। ਇਹ ਵਚਨ ਸਾਨੂੰ ਪਰਮੇਸ਼ਵਰ ਦੀ ਵਡਿਆਈ ਦੇ ਲਈ ਦਿੱਤਾ ਗਿਆ ਸੀ। ਇਹ ਵਚਨ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਸਨਮਾਨ ਦੇ ਲਈ ਦਿੱਤਾ ਗਿਆ ਸੀ ਕਿ ਅਸੀਂ ਇਸ ਵਚਨ ਦੇ ਵਿੱਚ ਪਰਮੇਸ਼ਵਰ ਦੇ ਗੂੜ ਭੇਤਾਂ ਨੂੰ ਸਮਝ ਕੇ ਉਸ ਨੂੰ ਉੱਚਾ 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 ਆਦਰ ਮਾਨ ਮਹਿਮਾ ਦੇ ਸਕੀਏ, ਕਿਉਂ ਜੋ ਉਹ ਪਰਾਕਰਮ ਅਤੇ ਮਹਿਮਾ ਦੇ ਯੋਗ ਪਰਮੇਸ਼ਰ ਹੈ। ਬਾਈਬਲ ਬਾਣੀ ਦੇ ਵਿੱਚ ਇਸ ਵਚਨ ਦੇ ਬਾਰੇ ਯਹੋਨਾ ਨੇ ਬੜੇ ਸਾਫ਼ ਰੀਤੀ ਨਾਲ ਪ੍ਰਗਟ ਕੀਤਾ ਹੈ, ਜੋ ਇਸ ਵਚਨ ਨੂੰ ਯੂਨਾਨੀ ਭਾਸ਼ਾ ਦੇ ਵਿੱਚ ਲੋਗਾਸ ਕਰਕੇ ਸੰਬੋਧਿਤ ਕਰਦਾ ਹੈ। ਲੋਗਾਸ ਕਰਕੇ ਸੰਬੋਧਿਤ ਕਰਦਾ ਹੈ। ਅਸੀਂ ਦੇਖਦੇ ਹਾਂ ਕੀ ਕਹਿੰਦਾ ਹੈ, ਆਦਿ ਵਿੱਚ ਸ਼ਬਦ ਸੀ, ਭਾਵ ਵਚਨ ਸੀ, ਔਰ ਵਚਨ ਪਰਮੇਸ਼ਵਰ ਦੇ ਸੰਗ ਸੀ ਅਤੇ ਵਚਨ ਪਰਮੇਸ਼ਵਰ ਸੀ। ਇਹੋ ਆਦਿ ਵਿੱਚ ਪਰਮੇਸ਼ਵਰ ਦੇ ਸੰਗ ਸੀ। ਸਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵੀ ਵਸਤ ਉਸ ਤੋਂ ਬਿਨਾਂ ਨਹੀਂ ਰਚੀ ਗਈ। ਇਹਦਾ ਮਤਲਬ ਵਚਨ ਕੌਣ ਸੀ? ਪਰਮੇਸ਼ਵਰ। ਯਹੂਦੀ ਲੋਕ ਇਸ ਗੱਲ ਨੂੰ ਅੱਛੇ ਤਰੀਕੇ ਨਾਲ ਜਾਣਦੇ ਸੀ। ਇਸ ਕਰਕੇ ਲੇਖਕ ਉਹਨਾਂ ਨੂੰ ਸਮਝਾਉਣ ਦੇ ਲਈ ਇਹ ਗੱਲ ਦੱਸਦਾ ਹੈ, ਵਚਨ ਕੀ ਹੈ? ਵਚਨ ਪਰਮੇਸ਼ਰ ਹੈ। ਇਹ ਵਚਨ ਉਹ ਹੈ ਜੋ ਸਰਵ ਗਿਆਨੀ ਹੈ। ਇਹ ਵਚਨ ਉਹ ਹੈ ਜੋ ਸਰਵ ਭੌਮਿਕ ਹੈ। ਇਹ ਵਚਨ ਉਹ ਹੈ ਜੋ ਸਰਵ ਸ਼ਕਤੀਮਾਨ ਹੈ। ਇਹ ਵਚਨ ਉਹ ਹੈ ਜੋ ਸਰਵਗਿਆ ਹੈ। ਇਹ ਵਚਨ ਸਾਡੇ ਜੀਵਨ ਦੇ ਹਰ ਇੱਕ ਭੇਤਾਂ ਨੂੰ ਸਮਝਣ ਵਾਲਾ ਵਚਨ ਹੈ। ਇਹ ਵਚਨ ਉਹ ਹੈ ਜਿਸ ਨੇ ਮਨੁੱਖੀ ਜੀਵਨ ਦੀ ਰਚਨਾ ਰਚੀ ਹੈ। ਇਹ ਵਚਨ ਉਹ ਹੈ ਜਦੋਂ ਮਨੁੱਖ ਰਚਿਆ ਗਿਆ ਔਰ ਅਦਭੁਤ ਰੀਤੀ ਨਾਲ ਬੇਡੋਲ ਤੱਤਵ ਦੇ ਨਾਲ ਰਚਿਆ ਗਿਆ, ਜਿਸ ਨੂੰ ਅੱਜ ਤੱਕ ਵਿਗਿਆਨਿਕ ਅਤੇ ਬੜੇ ਬੜੇ ਡਾਕਟਰ ਇਸ ਦੀ ਸੰਰਚਨਾ ਨੂੰ ਨਹੀਂ ਸਮਝ ਸਕੇ। ਇਹਦਾ ਮਤਲਬ ਇਹ ਵਚਨ ਬੇਅੰਤ ਹੈ, ਇਸ ਦਾ ਅੰਤ ਨਹੀਂ ਹੈ। ਇਸ ਕਰਕੇ ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਕਹਿੰਦਾ ਇਹ ਵਚਨ ਆਦ ਹੈ, ਇਹ ਵਚਨ ਅੰਤ ਹੈ, ਇਹ ਵਚਨ ਅਲਫਾ ਹੈ, ਇਹ ਵਚਨ ਓਮੇਗਾ ਹੈ, ਇਹ ਵਚਨ ਸ਼ੁਰੂ ਹੈ, ਇਹ ਵਚਨ ਅੰਤ ਹੈ। ਕਿੰਨਾ ਅਦਭੁਤ ਪਰਮੇਸ਼ਵਰ ਆਪਣੇ ਵਚਨ ਦੀ ਪਰਿਭਾਸ਼ਾ ਸਾਡੇ ਵਿੱਚ ਦਿੰਦਾ ਹੈ। ਸਰਵਪ੍ਰਥਮ ਹੀ ਦੱਸਦਾ ਹੈ ਕਿ ਇਹ ਵਚਨ ਪਵਿੱਤਰ, ਮਹਿਮਾਯੋਗ ਅਤੇ ਪ੍ਰੇਮ ਦੇ ਨਾਲ ਭਰਪੂਰ, ਧਾਰਮਿਕਤਾ ਦੇ ਨਾਲ ਸਾਡੇ ਜੀਵਨ ਦੇ ਵਿੱਚ ਉੱਤਮਤਾ ਹੀ ਲੈ ਦਿੱਤਾ ਗਿਆ। ਇਹ ਉਹ ਵਚਨ ਹੈ। ਇਹਦਾ ਮਤਲਬ ਸਾਨੂੰ ਪਤਾ ਲੱਗਦਾ ਹੈ ਜਦੋਂ ਲੇਖਕ ਕਹਿੰਦਾ ਹੈ ਕਿ ਕਿਉਂ ਜੋ ਪਰਮੇਸ਼ਵਰ ਦਾ ਵਚਨ, ਦੂਸਰੀ ਗੱਲ ਦੱਸਦਾ ਹੈ ਜਿਉਂਦਾ। ਇਹ ਵਚਨ ਜਿਉਂਦਾ ਹੈ। ਕਿਸ ਗੱਲ ਦੇ ਲਈ? ਕਿੱਦਾਂ ਪਤਾ ਲੱਗਦਾ ਹੈ ਕਿ ਇਹ ਵਚਨ ਜਿਉਂਦਾ ਹੈ? ਅਸੀਂ ਦੇਖਦੇ ਹਾਂ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਗਈ 7 ਦਿਨਾਂ 6 ਦਿਨਾਂ ਦੇ ਵਿੱਚ 7 ਦਿਨਾਂ ਦੇ ਵਿੱਚ ਕੀਤੀ ਗਈ, ਔਰ ਜਦੋਂ ਇਹ ਰਚਨਾ ਕੀਤੀ ਗਈ ਪਰਮੇਸ਼ਰ ਨੇ ਕਿਹਾ ਬਣ ਜਾ, ਬਣ ਗਿਆ। ਪਰਮੇਸ਼ਰ ਨੇ ਕਿਹਾ ਧਰਤੀ ਅਤੇ ਆਕਾਸ਼ ਅੱਡ ਹੋ ਜਾਣ, ਹੋ ਗਏ। ਇਹਦਾ ਮਤਲਬ ਅੱਜ ਤੱਕ ਕੋਈ ਵੀ ਅਜਿਹਾ ਸ਼ਬਦ ਮਨੁੱਖੀ ਜੀਵਨ ਦੇ ਵਿੱਚ ਨਹੀਂ ਹੈ ਜਿਹੜਾ ਇਸ ਤਰ੍ਹਾਂ ਕਰ ਸਕੇ ਸਿਵਾਏ ਪ੍ਰਭੂ ਯਿਸੂ ਮਸੀਹ ਦੇ ਵਿੱਚ। ਪ੍ਰਭੂ ਯਿਸੂ ਮਸੀਹ ਨੇ ਆਂधी ਅਤੇ ਤੂਫਾਨ ਨੂੰ ਮਾਤਰ ਸ਼ਬਦ ਦੇ ਨਾਲ ਰੋਕਿਆ। ਉਹ ਜੀਵੰਤ ਪਰਮੇਸ਼ਵਰ ਸੀ। ਉਹ ਜੀਵੰਤ ਪਰਮੇਸ਼ਵਰ ਦੋ ਧਾਰੀ ਤਲਵਾਰ ਦੇ ਨਾਲੋਂ ਵੀ ਤਿੱਖਾ ਸੀ। ਅਸੀਂ ਉਸ ਪਰਮੇਸ਼ਵਰ ਨੂੰ ਸਮਝਣਾ ਹੈ, ਉਸ ਵਚਨ ਨੂੰ ਸਮਝਣਾ ਹੈ, ਉਸ ਸ਼ਬਦ ਨੂੰ ਸਮਝਣਾ ਹੈ ਜਿਹੜਾ ਜਿਉਂਦਾ ਹੈ ਅਤੇ ਉਹ ਮੇਰੇ ਅਤੇ ਆਪ ਦੇ ਵਿੱਚ ਕਿਰਿਆਸ਼ੀਲ ਹੈ। ਇਸ ਲਈ ਉਹ ਵਚਨ ਜੀਵਿਤ ਹੈ, ਹਮੇਸ਼ਾ ਕਿਰਿਆਸ਼ੀਲ ਹੈ। ਉਹ ਐ ਨਹੀਂ ਕਿ ਬਸ ਬੈਠ ਗਿਆ ਕਰਕੇ, ਨਹੀਂ। 24 ਆਵਰ ਇਹ ਵਚਨ
ਜ਼ਿੰਦਾ ਹੈ। ਜਦੋਂ ਅਸੀਂ ਇਸ ਦਾ ਯਸ਼ਾਇਆ ਦੀ ਪੁਸਤਕ 55 ਦਾ 53 ਪੜ੍ਹਦੇ ਹਾਂ ਤਾਂ ਉਸ ਵਿੱਚ ਇਸ ਤਰ੍ਹਾਂ ਲਿਖਿਆ ਹੈ, ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ 55 ਦਾ 3 ਇੱਥੇ ਲਿਖਿਆ ਹੈ, ਕਹਿੰਦਾ ਕੰਨ ਲਾਓ ਅਤੇ ਮੇਰੀ ਵੱਲ ਆਓ, ਸੁਣੋ ਤੇ ਤੁਹਾਡੀ ਜਾਨ ਜਿਉਂਦੀ ਰਹੇਗੀ ਅਤੇ ਮੈਂ ਤੁਹਾਡੇ ਨਾਲ ਇੱਕ ਅਨੰਤ ਨੇਮ ਬਣਾਂਗਾ, ਅਰਥਾਤ ਦਾਊਦ ਦੀਆਂ ਸੱਚੀਆਂ ਦਿਆਲਗੀਆਂ। ਇੱਥੇ ਲਿਖਿਆ ਹੈ ਸੁਣੋ ਤੇ ਤੁਹਾਡੀ ਜਾਨ ਜਿਉਂਦੀ ਰਹੇਗੀ। ਇਹਦਾ ਮਤਲਬ ਸੁਣੋ ਦਾ ਮਤਲਬ ਬਹੁਤ ਵੱਡਾ ਹੈ। ਸਿਉਮਾ ਕਰਕੇ ਇਸ ਨੂੰ ਇਬਰਾਨੀ ਭਾਸ਼ਾ ਦੇ ਵਿੱਚ ਦਿੱਤਾ ਗਿਆ ਹੈ। ਪਰਮੇਸ਼ਰ ਜ਼ਿੰਦਾ ਹੈ ਅਤੇ ਕਿਰਿਆਸ਼ੀਲ ਹੈ। ਅਸੀਂ ਜਦੋਂ ਜ਼ਬੂਰ 121 ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਲਿਖਿਆ ਹੈ, ਇਸਰਾਇਲ ਦਾ ਪਰਮੇਸ਼ਰ ਨਾ ਸੌਂਦਾ ਹੈ ਨਾ ਉਂਘਦਾ ਹੈ। ਇਹਦਾ ਮਤਲਬ ਹਮੇਸ਼ਾ ਕਿਰਿਆਸ਼ੀਲ ਰਹਿਣ ਵਾਲਾ ਪਰਮੇਸ਼ਰ ਹੈ, ਹਮੇਸ਼ਾ ਜੈਵੰਤ ਹੋ ਕੇ ਜੈਵੰਤ ਕੰਮ ਕਰਨ ਵਾਲਾ ਪਰਮੇਸ਼ਰ ਹੈ। ਨਿੰਦਰ ਤਾਂ ਉਹਦੀਆਂ ਅੱਖਾਂ ਦੇ ਵਿੱਚ ਹੈ ਹੀ ਨਹੀਂ, ਕਿਉਂਕਿ ਉਹ ਜ਼ਿੰਦਾ ਹੈ ਅਤੇ ਜੈਵੰਤ ਹੈ। ਯਹੋਨਾ 6 ਦਾ 68 ਦੇ ਵਿੱਚ ਵੀ ਅਸੀਂ ਇਸ ਚੀਜ਼ ਨੂੰ ਪੜ੍ਹਦੇ ਹਾਂ ਕਿ ਇਹ ਵਚਨ ਕਿਸ ਤਰ੍ਹਾਂ ਕਿਰਿਆਸ਼ੀਲ ਹੈ। 6 ਦਾ 68 ਦੇ ਵਿੱਚ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਪਤਰਸ ਅਤੇ ਜਦੋਂ ਬਾਕੀ ਚੇਲਿਆਂ ਨੂੰ ਪ੍ਰਭੂ ਨੇ ਕਿਹਾ, ਜਦ ਤੱਕ ਤੁਸੀਂ ਮੇਰਾ ਮਾਂਸ ਅਤੇ ਲਹੂ ਨਹੀਂ ਖਾਓਗੇ ਤਦ ਤੱਕ ਤੁਹਾਡੀ ਮੇਰੇ ਨਾਲ ਕੋਈ ਸਾਂਝ ਨਹੀਂ। ਤਦ ਬਹੁਤ ਸਾਰੇ ਚੇਲੇ ਇਸ ਗੱਲ ਨੂੰ ਸੁਣ ਕੇ, ਇਹ ਤਾਂ ਬੜੀ ਔਖੀ ਗੱਲ ਹੈ, ਅਸੀਂ ਇਹ ਨਹੀਂ ਸਹਾਰ ਸਕਦੇ, ਉਹ ਉਸ ਨੂੰ ਛੱਡ ਕੇ ਚਲੇ ਗਏ। ਪਰਮੇਸ਼ਵਰ ਨੇ ਉਹਨਾਂ 12 ਚੇਲਿਆਂ ਨੂੰ ਵੀ ਕਿਹਾ, ਜੇ ਤੁਸੀਂ ਵੀ ਮੈਨੂੰ ਛੱਡ ਕੇ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ। ਤਦ 68 ਆਇਤ ਦੇ ਵਿੱਚ ਸ਼ਮੌਨ ਪਤਰਸ ਨੇ ਪ੍ਰਭੂ ਯਿਸੂ ਮਸੀਹ ਨੂੰ ਉੱਤਰ ਦਿੱਤਾ, ਪ੍ਰਭੂ ਜੀ ਅਸੀਂ ਕਿਹਦੇ ਕੋਲ ਜਾਈਏ? ਸਦੀਪਕ ਜਿਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹੈ। ਇਹਦਾ ਮਤਲਬ ਜੈਵੰਤ ਵਚਨ ਹਮੇਸ਼ਾ ਕਿਰਿਆਸ਼ੀਲ। ਔਰ ਇਸ ਗੱਲ ਨੂੰ ਪਤਰਸ ਆਪਣੇ ਜੀਵਨ ਦੇ ਅਨੁਭਵ ਦੇ ਵਿੱਚ ਕਹਿੰਦਾ ਹੈ ਕਿ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਹੈ, ਕਿਉਂਕਿ ਉਸਨੇ ਜੀਵਨ ਦੀਆਂ ਗੱਲਾਂ ਪ੍ਰੈਕਟੀਕਲੀ ਵਾਸਤਵਿਕ ਦੇਖੀਆਂ ਸਨ। ਕਿੰਨੀ ਅਦਭੁਤ ਗੱਲ ਹੈ ਕਿ ਪਤਰਸ ਜੋ ਸੀ ਉਹ ਜੀਵਿਤ ਪਰਮੇਸ਼ਰ ਦੇ ਬਾਰੇ ਜੀਵਿਤ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਸ ਕਰਕੇ ਉਹ ਕਹਿ ਸਕਿਆ ਕਿ ਪਰਮੇਸ਼ਰ ਅਸੀਂ ਤੈਨੂੰ ਛੱਡ ਕੇ ਕਿੱਥੇ ਜਾਈਏ? ਅਨੰਤ ਜੀਵਨ ਦੀਆਂ ਅਤੇ ਜਿਉਂਦੀਆਂ ਗੱਲਾਂ ਤੇਰੇ ਕੋਲ ਹੈ। ਅਗਰ ਕਿਸੇ ਮਨੁੱਖ ਕੋਲ ਚਲੇ ਜਾਓ ਤਾਂ ਉਹਦੇ ਕੋਲ ਅਜਿਹੇ ਭੈੜੇ ਸ਼ਬਦ ਨਿਕਲਦੇ ਨੇ ਕਿ ਇੱਦਾਂ ਹੁੰਦਾ ਹੈ ਕਿ ਬਸ ਮਰ ਜਾਈਏ। ਪਰ ਪ੍ਰਭੂ ਯਿਸੂ ਮਸੀਹ ਕੋਲ ਇੱਦਾਂ ਦੀਆਂ ਗੱਲਾਂ ਸੀ ਕਿ ਉਹਦੇ ਕੋਲੋਂ ਜੀਵਨ ਹੀ ਨਿਕਲਦਾ ਸੀ। ਅੱਜ ਜਿਹੜੇ ਉਹਦੇ ਵਿੱਚ ਹੈ ਉਹਨਾਂ ਦੇ ਵਿਖੇ ਪ੍ਰਭੂ ਯਿਸੂ ਮਸੀਹ ਨੇ ਕਿਹਾ, ਜਿਹੜਾ ਇਸ ਜਲ ਵਿੱਚੋਂ ਪੀਏਗਾ ਉਹਦੇ ਵਿੱਚ ਅੰਮ੍ਰਿਤ ਜਲਦੀਆਂ, ਭਾਵ ਉਹਦੇ ਵਿੱਚੋਂ ਜੀਵਨ ਹੀ ਨਿਕਲੇਗਾ। ਕਿੰਨਾ ਅਦਭੁਤ ਪਰਮੇਸ਼ਵਰ ਦਾ ਵਚਨ ਹੈ ਜਿਹੜਾ ਮੇਰੇ ਅਤੇ ਆਪ ਦੇ ਕੋਲ ਦੇਣ ਦੇ ਲਈ ਪਰਮੇਸ਼ਵਰ ਨੇ ਕਾਲਵਰੀ ਕਰੂਸ ਦੇ ਉੱਤੇ ਅੱਜ ਤੋਂ 2000 ਸਾਲ ਪਹਿਲਾਂ ਮੇਰੇ ਅਤੇ ਆਪ ਦੇ ਲਈ ਦੇ ਦਿੱਤਾ। ਕਾਹਦੇ ਲਈ? ਕਿ ਅਸੀਂ ਇਹ ਜਿਉਂਦਾ ਜੀਵਨ ਪ੍ਰਾਪਤ ਕਰੀਏ, ਇਹ ਪਰਮੇਸ਼ਵਰ ਦਾ ਜਿਉਂਦਾ ਵਚਨ ਪ੍ਰਾਪਤ ਕਰੀਏ ਅਤੇ ਇਸ ਵਚਨ ਦੇ ਨਾਲ ਅਸੀਂ ਸਦਾ ਸਦਾ ਲਈ ਜਿਉਂਦੇ ਰਹੀਏ। ਕਿੰਨੀ ਅਦਭੁਤ ਗੱਲ ਹੈ। ਇਸ ਤੋਂ ਉਪਰੰਤ ਅਸੀਂ ਤੀਸਰੀ ਗੱਲ ਦੇਖਦੇ ਹਾਂ, ਇਹ ਵਚਨ ਗੁਣਕਾਰ ਹੈ। ਇੱਥੇ ਕੀ ਲਿਖਿਆ ਹੈ? ਜਦੋਂ ਅਸੀਂ ਇਬਰਾਨੀਆਂ ਦੀ ਪੁਸਤਕ 4 ਕਹਿੰਦਾ ਵਚਨ ਜਿਉਂਦਾ ਅਤੇ ਗੁਣਕਾਰ, ਇਹ ਵਚਨ ਗੁਣਕਾਰ ਹੈ। ਇਸ ਗੁਣਕਾਰ ਦੇ ਉੱਤੇ ਅਸੀਂ ਦੇਖਦੇ ਹਾਂ ਸ਼ਕਤੀ ਦੇਣ ਵਾਲਾ, ਬਲ ਦੇਣ ਵਾਲਾ। ਔਰ ਇਸ ਦੇ ਲਈ ਅਸੀਂ ਦੇਖਦੇ ਹਾਂ ਕਿੱਦਾਂ ਬਲ ਮਿਲਦਾ ਹੈ। ਜਦੋਂ ਅਸੀਂ ਜ਼ਬੂਰ 119 ਉਸ ਦਾ 9 ਤੋਂ 11 ਆਇਤਾਂ ਨੂੰ ਪੜ੍ਹਦੇ ਹਾਂ ਤਾਂ ਉਸ ਵਿੱਚ ਦਾਊਦ ਇਸ ਵਚਨ ਦੀ ਮਹੱਤਵਤਾ ਆਪਣੇ ਵਚਨ ਦੇ ਰਾਹੀਂ ਸਾਡੇ ਜੀਵਨ ਦੇ ਵਿੱਚ ਦਿੰਦਾ ਹੈ। ਕੀ ਕਹਿੰਦਾ ਹੈ? 9 ਦਾ ਕਹਿੰਦਾ, ਜਵਾਨ ਕਿੱਦਾਂ ਆਪਣੀ ਚਾਲ ਨੂੰ ਸ਼ੁੱਧ ਰੱਖੇ, ਉਹ ਤੇਰੇ ਵਚਨ ਦੇ ਅਨੁਸਾਰ ਉਸ ਦੀ ਚੌਕਸੀ ਕਰੇ। ਇਹਦਾ ਮਤਲਬ ਪਰਮੇਸ਼ਵਰ ਦਾ ਵਚਨ ਗੁਣ ਕੀ ਹੈ ਕਿ ਉਹ ਸਾਡੇ ਜੀਵਨਾਂ ਦੇ ਵਿੱਚੋਂ ਅਪਵਿੱਤਰਤਾ ਨੂੰ ਦੂਰ ਕਰਦਾ ਹੈ, ਬੁਰਿਆਈ ਨੂੰ ਦੂਰ ਕਰਦਾ ਹੈ, ਬੁਰੇ ਵਿਚਾਰਾਂ ਨੂੰ ਦੂਰ ਕਰਦਾ ਹੈ, ਪਰਮੇਸ਼ਵਰ ਦੇ ਵਿਰੁੱਧ ਪਾਪ ਕਰਨ ਵਾਲੀਆਂ ਇੱਛਾਵਾਂ ਨੂੰ, ਕਾਮਨਾ ਨੂੰ ਸਾਡੇ ਵਿੱਚੋਂ ਕੱਢ ਸਕਦਾ ਹੈ। ਅਜਿਹਾ ਪਰਮੇਸ਼ਵਰ ਦਾ ਵਚਨ ਗੁਣਕਾਰੀ ਹੈ। ਉਸ ਤੋਂ ਬਾਅਦ ਕਹਿੰਦਾ ਹੈ, ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਭਾਲਿਆ, ਆਪਣੇ ਹੁਕਮਾਂ ਤੋਂ ਤੈਨੂੰ
ਆਪਣੇ ਹੁਕਮਾਂ ਤੋਂ ਮੈਨੂੰ ਭਟਕਣ ਨਾ ਦੇ। ਮੈਂ ਤੇਰੇ ਵਚਨ ਨੂੰ ਆਪਣੇ ਮਨ ਵਿੱਚ, ਆਪਣੇ ਦਿਲ ਵਿੱਚ ਜਮ੍ਹਾਂ ਕਰ ਲਿਆ ਤਾਂ ਜੋ ਤੇਰਾ ਪਾਪ ਨਾ ਕਰੇ। ਕਿੰਨਾ ਗੁਣਕਾਰੀ ਹੈ ਪਰਮੇਸ਼ਰ ਦਾ ਵਚਨ, ਜਿਹੜਾ ਮੇਰੇ ਜੀਵਨ ਦੇ ਵਿੱਚ ਪਾਪ ਨੂੰ ਰਹਿਣ ਨਹੀਂ ਦਿੰਦਾ, ਪਾਪ ਨੂੰ ਮੇਰੇ ਵਿੱਚੋਂ ਕੱਢ ਸੁੱਟਦਾ ਹੈ। ਪਿਆਰੋ, ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਕਿਉਂ ਆਇਆ? ਮੈਨੂੰ ਪਾਪੀ ਨੂੰ ਬਚਾਉਣ ਦੇ ਲਈ। ਪ੍ਰਭੂ ਯਿਸੂ ਮਸੀਹ ਨੇ ਕਾਲਵਰੀ ਕਰੂਸ ਦੇ ਉੱਤੇ ਆਪਣੀ ਜਾਨ ਕਿਉਂ ਦਿੱਤੀ? ਮੇਰੇ ਪਾਪਾਂ ਦਾ ਕਰਜ਼ ਲਾਉਣ ਦੇ ਲਈ। ਪ੍ਰਭੂ ਯਿਸੂ ਮਸੀਹ ਨੇ ਆਪਣਾ ਪਵਿੱਤਰ ਲਹੂ ਕਿਉਂ ਬਹਾਇਆ? ਕਿਉਂਕਿ ਵਿਵਸਥਾ ਇਹ ਦੱਸਦੀ ਸੀ ਬਿਨਾਂ ਲਹੂ ਬਹਾਏ ਪਾਪਾਂ ਦੀ ਮਾਫੀ ਲਈ। ਇਸ ਲਈ ਉਸਨੇ ਮੇਰੇ ਪਾਪ ਨੂੰ ਮਾਫ ਕਰਨ ਦੇ ਲਈ ਆਪਣਾ ਪਵਿੱਤਰ ਲਹੂ ਕਾਲਵਰੀ ਕਰੂਸ ਦੇ ਉੱਤੇ ਬਹਾਇਆ। ਉਹ ਕਿਉਂ ਦਫਨ ਕੀਤਾ ਗਿਆ? ਕਿਉਂਕਿ ਮੈਂ ਆਪਣੇ ਪੁਰਾਣੇ ਜੀਵਨ ਨੂੰ ਇਸ ਮਿੱਟੀ ਵਿੱਚ ਦਫਨ ਕਰਕੇ ਉਸ ਦੀ ਜ਼ਿੰਦਗੀ ਨੂੰ, ਜੋ ਨਵੀਂ ਹੈ, ਜੋ ਪਰਮੇਸ਼ਰ ਦੀ ਸਮਰੱਥਾ ਦੇ ਵਚਨ ਦੇ ਅਨੁਸਾਰ ਹੈ, ਜਦੋਂ ਉਹ ਇਸ ਵਿੱਚੋਂ ਜੀ ਉੱਠੇ ਤਾਂ ਮੈਂ ਵੀ ਉਸ ਦੇ ਨਾਲ ਜੀ ਉੱਠਾਂ। ਇਸੇ ਕਰਕੇ ਤਾਂ ਜਦੋਂ ਅਸੀਂ ਰੋਮੀਆਂ ਦੀ ਪੁਸਤਕ ਉਸਦਾ 6 ਅਧਿਆਇ ਉਸ ਦੀ 4 ਆਇਤ ਪੜ੍ਹਦੇ ਹਾਂ ਤਾਂ ਉਸ ਵਿੱਚ ਪੌਲਸ ਰਸੂਲ ਇਹੋ ਗੱਲ ਤਾਂ ਕਹਿੰਦਾ ਹੈ ਅਸੀਂ ਬਪਤਿਸਮਾ ਲੈਣ ਕਰਕੇ ਉਸ ਨਾਲ ਦੱਬੇ ਗਏ, ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੀ ਰਾਹ ਚੱਲੀਏ। ਕਿੰਨੀ ਅਦਭੁਤ ਗੱਲ ਹੈ। ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਮੈਨੂੰ ਨਵੇਂ ਜੀਵਨ ਦੀ ਰਾਹ ਵਿੱਚ ਲੈ ਕੇ ਜਾਣ ਦੇ ਲਈ, ਜੋ ਸਵਰਗ ਵੱਲ ਲੈ ਕੇ ਜਾਂਦੀ ਹੈ, ਜਿੱਥੇ ਹਮੇਸ਼ਾ ਹਮੇਸ਼ਾ ਜੀਵਨ ਹੈ, ਜਿੱਥੇ ਮੌਤ ਹੈ ਹੀ ਨਹੀਂ। ਕਿੰਨਾ ਮਹਾਨ ਹੈ ਪਰਮੇਸ਼ਰ ਦਾ ਵਿਚਾਰ। ਇਸ ਲਈ ਉਹ ਵਚਨ ਪ੍ਰਬਲ ਵਚਨ ਹੈ, ਜਿਹੜਾ ਮੈਨੂੰ ਜੀਵਨ ਦੇਣ ਵਾਲਾ ਵਚਨ ਹੈ। ਔਰ ਇਹ ਵਚਨ ਮੇਰੇ ਜੀਵਨ ਦੇ ਵਿੱਚ ਬਲ ਦਿੰਦਾ ਹੈ। ਜਦੋਂ ਮੈਂ ਯਸ਼ਾਇਆ ਦੀ ਪੁਸਤਕ ਉਸ ਦਾ 55 ਅਧਿਆਇ ਉਸ ਦੀ 11 ਆਇਤ ਨੂੰ ਪੜ੍ਹਦਾ ਹਾਂ, ਉਸ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, 55 ਦੀ 11 ਦੇ ਵਿੱਚ ਕਹਿੰਦਾ ਹੈ, ਤਿਵੇਂ ਮੇਰਾ ਵਚਨ ਹੋਵੇਗਾ ਜੋ ਮੇਰੇ ਮੂੰਹ ਵਿੱਚੋਂ ਨਿਕਲਦਾ ਹੈ, ਉਹ ਮੇਰੀ ਵੱਲ ਅਵਿਅਰਥਾ ਨਾ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ ਅਤੇ ਜਿਸ ਲਈ ਮੈਂ ਘੱਲਿਆ ਉਸ ਵਿੱਚ ਸਫਲ ਹੋਵੇਗਾ। ਇਹ ਪਰਮੇਸ਼ਰ ਦਾ ਵਚਨ ਜੋ ਅੱਜ ਤੋਂ 2000 ਸਾਲ ਪਹਿਲਾਂ ਮਨੁੱਖੀ ਜੀਵਨ ਦੇ ਬਦਲਾਵ ਲਈ ਘੱਲਿਆ ਗਿਆ, ਉਹ ਵਿਅਰਥ ਨਹੀਂ ਗਿਆ। ਉਸ ਨੇ ਮੇਰੇ ਜੀਵਨ ਨੂੰ ਬਦਲ ਦਿੱਤਾ ਅਤੇ ਉਹ ਆਪ ਦੇ ਜੀਵਨ ਨੂੰ ਵੀ ਬਦਲ ਸਕਦਾ ਹੈ, ਜਦ ਆਪ ਇਸ ਗੱਲ ਨੂੰ ਸਵੀਕਾਰ ਕਰ ਲੋਗੇ ਕਿ ਉਹ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਦਫਨ ਕੀਤਾ ਗਿਆ ਅਤੇ ਵਚਨ ਦੇ ਅਨੁਸਾਰ ਤੀਸਰੇ ਦਿਹਾੜੇ ਜੀ ਉੱਠਿਆ। ਉਹ ਮੇਰਾ ਪ੍ਰਭੂ ਹੈ। ਹੁਣ ਮੇਰਾ ਜੀਵਨ ਮੇਰਾ ਨਹੀਂ, ਪ੍ਰਭੂ ਤੇਰਾ ਹੈ। ਤਦ ਪਰਮੇਸ਼ਰ ਦਾ ਇਹ ਵਚਨ ਅਵਿਅਰਥਾ ਨਹੀਂ, ਮੇਰੇ ਲਈ ਗੁਣਕਾਰ ਹੋਏਗਾ। ਮੈਨੂੰ ਪਰਮੇਸ਼ਰ ਦੇ ਨਾਲ ਉਸ ਸਦੀਵੀ ਰਾਜ ਵਿੱਚ ਲੈ ਕੇ ਜਾਵੇਗਾ, ਜਿੱਥੇ ਉਹ ਆਪ ਵਿਰਾਜਮਾਨ ਹੈ। ਉਸ ਤੋਂ ਬਾਅਦ ਦੇਖਦੇ ਹਾਂ, ਇਹ ਵਚਨ ਦੋ ਧਾਰੀ ਤਲਵਾਰ ਹੈ। ਇਹ ਵਚਨ ਦੋ ਧਾਰੀ ਤਲਵਾਰ ਹੈ। ਦੋ ਧਾਰੀ ਤਲਵਾਰ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈ, ਜੋ ਮੇਰੇ ਮਨ ਦੇ ਵਿੱਚ ਬੁਰੇ ਵਿਚਾਰ ਹੈ, ਜੋ ਮੇਰੇ ਮਨ ਦੇ ਵਿੱਚ ਬੁਰੀਆਂ ਗੱਲਾਂ ਹੈ, ਜੋ ਮੇਰੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਗੰਦਮੰਦ ਹੈ, ਉਸ ਨੂੰ ਇਹ ਵਚਨ ਕੱਢ ਸੁੱਟਦਾ ਹੈ ਅਤੇ ਇਹ ਮੇਰੇ ਜੀਵਨ ਵਿੱਚ ਜਦੋਂ ਅੱਛੀਆਂ ਗੱਲਾਂ ਨੇ ਤੇ ਉਸ ਨੂੰ ਭਰ ਦਿੰਦਾ। ਇਹਦਾ ਮਤਲਬ ਬੁਰੀਆਂ ਗੱਲਾਂ ਨੂੰ ਕੱਟਦਾ ਹੈ ਤੇ ਅੱਛੀਆਂ ਗੱਲਾਂ ਨੂੰ ਭਰਦਾ ਹੈ। ਕਿੰਨੀ ਅਦਭੁਤ ਗੱਲ ਹੈ। ਪਰਮੇਸ਼ਰ ਦਾ ਦੋ ਧਾਰੀ ਵਚਨ ਜਿਹੜਾ ਮੇਰੇ ਜੀਵਨ ਦੇ ਵਿੱਚ ਮੇਰੇ ਜੀਵਨ ਨੂੰ ਬਦਲਣ ਦੇ ਲਈ ਦਿੱਤਾ ਗਿਆ ਹੈ। ਔਰ ਇਸ ਦੇ ਲਈ ਆਫੀਸੀਆਂ ਦਾ ਲਿਖਣ ਵਾਲਾ ਕੀ ਆਖਦਾ ਹੈ? ਜਦੋਂ ਅਸੀਂ ਆਫੀਸੀਆਂ ਦੀ ਪੁਸਤਕ 6 ਅਧਿਆਇ ਉਸ ਦੀ 17 ਆਇਤ ਨੂੰ ਪੜ੍ਹਦੇ ਹਾਂ, 6 ਦੀ 17 ਦੇ ਵਿੱਚ ਇੱਥੇ ਲਿਖਦਾ ਹੈ, ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਹੈ ਬਾਣੀ ਹੈ ਲੈ ਲਓ। ਇਹਦਾ ਮਤਲਬ ਇਹ ਦੋ ਧਾਰੀ ਤਲਵਾਰ ਪਰਮੇਸ਼ਰ ਦੀ ਬਾਣੀ, ਜਿਹੜੀ ਮੇਰੇ ਜੀਵਨ ਦੇ ਵਿੱਚ ਬੁਰਾਈ ਨੂੰ ਕੱਢਦੀ ਹੈ ਅਤੇ ਆਪਣੇ ਸੱਚ ਦੇ ਵਚਨ ਨੂੰ ਪਾ ਕੇ ਮੈਨੂੰ ਪਵਿੱਤਰਤਾ ਦੇ ਨਾਲ ਦਿਨ ਪ੍ਰਤੀ ਦਿਨ ਉਸ ਦੇ ਰਾਜ ਵੱਲ ਵਧਾਉਂਦੀ ਲੈ ਜਾਂਦੀ ਹੈ ਕਿ ਮੈਂ ਪਰਮੇਸ਼ਰ ਦੇ ਸਵਰੂਪ ਉਸ ਦੇ ਪੁੱਤਰ ਦੇ ਵਿੱਚ ਹੋ ਕੇ ਉਸ ਦੇ ਨਾਲ ਜਾ ਮਿਲਾਂ। ਕਿੰਨਾ ਅਦਭੁਤ ਹੈ। ਇਹਦਾ ਮਤਲਬ ਪਰਮੇਸ਼ਰ ਦੀ ਬਾਣੀ ਦੋ ਧਾਰੀ ਤਲਵਾਰ ਹੈ। ਔਰ ਆਖਰੀ ਗੱਲ, ਮਨੁੱਖ ਦੇ ਵਿਚਾਰਾਂ ਨੂੰ ਜਾਂਚਣ ਵਾਲਾ ਇਹ ਪਰਮੇਸ਼ਰ ਦਾ ਵਚਨ ਹੈ। ਜਦੋਂ ਇਸ ਵਚਨ ਨੂੰ ਅਸੀਂ ਦੇਖਦੇ ਹਾਂ, ਅਸੀਂ ਯਾਕੂਬ ਦੀ ਪੁਸਤਕ ਉਸ ਦਾ ਅਸੀਂ ਜਦੋਂ 1 ਅਧਿਆਇ ਉਸ ਦੀ 23 ਆਇਤ ਪੜ੍ਹਦੇ ਹਾਂ ਤਾਂ ਇਸ ਵਿੱਚ ਇਸ ਤਰ੍ਹਾਂ ਲਿਖਿਆ ਹੈ, 1 ਦਾ 23 ਦੇ ਵਿੱਚ ਕਹਿੰਦਾ, ਕਿਉਂ ਜੋ
ਕੋਈ ਵਚਨ ਦਾ ਸੁਣਨ ਵਾਲਾ ਹੈ ਅਤੇ ਉਸ ਉੱਤੇ ਅਮਲ ਕਰਨ ਵਾਲਾ ਨਹੀਂ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਆਪਣੇ ਅਸਲੀ ਸਵਰੂਪ ਨੂੰ ਸ਼ੀਸ਼ੇ ਵਿੱਚ ਦੇਖਦਾ ਹੈ। ਇਹਦਾ ਮਤਲਬ ਪਰਮੇਸ਼ਰ ਦਾ ਵਚਨ ਜਿਹੜਾ ਹੈ ਉਹ ਸ਼ੀਸ਼ੇ ਦੀ ਮਾਨੰਦ ਹੈ, ਜਿਹੜਾ ਮੇਰੇ ਅੰਦਰ ਅਤੇ ਬਾਹਰ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਦੱਸ ਦਿੰਦਾ ਹੈ। ਉਹ ਜਾਣਦਾ ਹੈ ਕਿ ਮੈਂ ਅੰਦਰ ਕੀ ਕਰ ਰਿਹਾ ਹਾਂ। ਇਸ ਗੱਲ ਨੂੰ ਸਮਝਣ ਦੇ ਲਈ ਵਿਵਸਥਾ ਸਾਰ ਦੀ ਪੁਸਤਕ ਉਸ ਦਾ 8 ਅਧਿਆਇ ਉਸ ਦੀ 2 ਆਇਤ ਦੇ ਵਿੱਚ ਪਰਮੇਸ਼ਰ ਇਸਰਾਈਲੀਆਂ ਦੇ ਨਾਲ ਕੀ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਮੈਂ ਉਹ ਆਪ ਦੇ ਲਈ ਪੜ੍ਹ ਰਿਹਾ ਹਾਂ। 8 ਦਾ 2 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਹਿੰਦਾ ਹੈ ਤੁਸੀਂ ਮੂਸਾ ਦੇ ਰਾਹੀਂ ਪਰਮੇਸ਼ਰ ਇਹ ਕਹਿੰਦਾ ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ 40 ਵਰੇ ਉਜਾੜ ਵਿੱਚ ਲਈ ਫਿਰਦਾ ਰਿਹਾ ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਜਾਣੇ। ਪਰਮੇਸ਼ਰ ਦਾ ਵਚਨ ਪਰਖਦਾ ਅਤੇ ਜਾਣਦਾ ਹੈ। ਜਾਣੇ ਭਾਈ ਤੁਹਾਡੇ ਮਨ ਵਿੱਚ ਕੀ ਹੈ, ਅਰਥਾਤ ਕਿ ਤੁਸੀਂ ਉਸ ਦੇ ਹੁਕਮਾਂ ਉੱਤੇ ਚੱਲੋਗੇ ਕਿ ਨਹੀਂ। ਇਹਦਾ ਮਤਲਬ ਪਰਮੇਸ਼ਰ ਦਾ ਵਚਨ ਜਾਣੀ ਜਾਣ ਹੈ, ਦੋ ਧਾਰੀ ਤਲਵਾਰ ਹੈ ਅਤੇ ਜਾਣੀ ਜਾਣ ਹੈ ਜੋ ਮੇਰੇ ਜੀਵਨ ਦੇ। ਅਗਰ ਮੈਂ ਗਲਤ ਕਰ ਰਿਹਾ ਹਾਂ ਤਾਂ ਉਸ ਗਲਤ ਨੂੰ ਉਹ ਮੇਰੇ ਅੱਗੇ ਪਰਦਾ ਫਾਸ਼ ਕਰ ਦੇਗਾ। ਚਾਹੇ ਕੋਈ ਵੀ ਹੋਵਾਂ, ਮੈਂ ਐਲਡਰ ਹੋਵਾਂ, ਚਾਹੇ ਮੈਂ ਡੀਕਨ ਹੋਵਾਂ, ਚਾਹੇ ਮੈਂ ਬਿਸ਼ਪ ਹੋਵਾਂ, ਚਾਹੇ ਮੈਂ ਕੋਈ ਵੀ ਹੋਵਾਂ, ਉਹ ਮੇਰੇ ਵਿਚਾਰਾਂ ਨੂੰ ਸਭ ਦੇ ਸਾਹਮਣੇ ਖੁੱਲ੍ਹਮ ਖੁੱਲ੍ਹਾ ਪ੍ਰਗਟ ਕਰ ਦੇਗਾ ਅਤੇ ਮੇਰੀ ਅਸਲੀਅਤ ਨੂੰ ਸਭ ਦੇ ਸਾਹਮਣੇ ਰੱਖ ਦੇਵੇਗਾ। ਉਹ ਕਿਸੇ ਤੇ ਪਰਦਾ, ਕਿਸੇ ਤੇ ਪੱਖਪਾਤ ਨਹੀਂ ਕਰਦਾ, ਚਾਹੇ ਉਹ ਵਿਸ਼ਵਾਸੀ ਕਿੰਨਾ ਵੀ ਸੁੰਦਰ ਅਤੇ ਕਿੰਨਾ ਵੀ ਗੰਭੀਰ ਹੋਵੇ। ਇੱਕ ਹੋਰ ਵਚਨ ਅਸੀਂ ਪੜਾਂਗੇ ਜ਼ਬੂਰ 139 ਦਾ 23 ਵਿੱਚ ਜਦੋਂ ਮਨੁੱਖ ਦੀ ਸੰਰਚਨਾ ਦੀ ਗੱਲ ਕੀਤੀ ਗਈ ਹੈ, ਉੱਥੇ ਵੀ ਪਰਮੇਸ਼ਰ ਆਪਣੇ ਜ਼ਬੂਰਾਂ ਦੇ ਵਿੱਚ ਮਨੁੱਖ ਦੀ ਸੱਚਾਈ ਨੂੰ ਪ੍ਰਗਟ ਕਰਦਾ ਹੈ। 139 ਉਸ ਦਾ 23 ਇੱਥੇ ਲਿਖਿਆ ਹੈ, ਕਹਿੰਦਾ ਹੇ ਪਰਮੇਸ਼ਰ ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ ਅਤੇ ਮੈਨੂੰ ਜਾਂਚ ਅਤੇ ਮੇਰੇ ਖਿਆਲਾਂ ਨੂੰ ਜਾਣ। ਇਹਦਾ ਮਤਲਬ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪ ਦਿਓ। ਬਾਈਬਲ ਬਾਣੀ ਦੇ ਵਿੱਚ ਜ਼ਬੂਰਾਂ ਦਾ ਲਿਖਣ ਵਾਲਾ ਦਾਊਦ ਕਹਿੰਦਾ ਹੈ, ਪਰਮੇਸ਼ਰ ਤੂੰ ਮੈਨੂੰ ਜਾਂਚਦਾ, ਤੂੰ ਮੈਨੂੰ ਪਰਖਦਾ। ਕਾਹਦੇ ਲਈ? ਕਿ ਮੈਂ ਤੇਰੇ ਵਿੱਚ ਖਰਾ ਹੋ ਕੇ ਤੇਰੇ ਰਾਜ ਵਿੱਚ ਪਾਇਆ ਜਾਵਾਂ। ਇਸ ਲਈ ਆਪਣੇ ਜੀਵਨ ਨੂੰ ਉਸ ਜੀਵਿਤ ਪਰਮੇਸ਼ਰ ਦੇ ਪ੍ਰਤੀ ਸਪੁਰਦ ਕਰਕੇ ਰੱਖੋ ਤਾਂ ਕਿ ਤੁਸੀਂ ਪਰਮੇਸ਼ਰ ਦੇ ਵਿੱਚ ਵੱਧਦੇ ਜਾਓ। ਆਖਰੀ ਵਚਨ ਪੜਾਂਗੇ ਅਸੀਂ 1 ਥੈਸਲੋਨੀਆਂ ਉਸ ਦਾ 2 ਅਧਿਆਇ ਉਸ ਦੀ 4 ਆਇਤ ਦੇ ਵਿੱਚ ਪਰਮੇਸ਼ਰ ਇਸ ਤਰ੍ਹਾਂ ਕਹਿੰਦਾ ਹੈ। 1 ਥੈਸਲੋਨੀਆਂ 2 ਅਧਿਆਇ ਉਸ ਦੀ 4 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਹਿੰਦਾ ਹੈ ਪਰ ਜਿਵੇਂ ਅਸੀਂ ਪਰਮੇਸ਼ਰ ਵੱਲੋਂ ਪ੍ਰਵਾਨ ਹੋਏ ਹਾਂ, ਜੇ ਅੰਜੀਲ ਸਾਨੂੰ ਸੌਂਪੀ ਜਾਵੇ ਤਿਵੇਂ ਅਸੀਂ ਬੋਲਦੇ ਹਾਂ। ਇਉਂ ਨਹੀਂ ਭਾਈ ਅਸੀਂ ਮਨੁੱਖਾਂ ਨੂੰ ਰਿਝਾਉਂਦੇ ਹਾਂ, ਸਗੋਂ ਪਰਮੇਸ਼ਰ ਨੂੰ ਜਿਹੜਾ ਸਾਡੇ ਮਨਾਂ ਨੂੰ ਪਰਤਾਉਂਦਾ। ਅਸੀਂ ਪਰਮੇਸ਼ਰ ਦੀ ਬਾਣੀ ਮਨੁੱਖਾਂ ਨੂੰ ਰਿਝਾਉਣ ਦੇ ਲਈ ਨਹੀਂ, ਜੋ ਸੱਚ ਹੈ ਉਹ ਮਨੁੱਖਾਂ ਦੇ ਉੱਤੇ ਪ੍ਰਗਟ ਕਰਨ ਦੇ ਲਈ, ਤਾਂ ਕਿ ਉਹ ਆਪਣੇ ਜੀਵਨ ਨੂੰ ਇਸ ਪਵਿੱਤਰ ਵਚਨ ਦੇ ਨਾਲ ਬਦਲ ਕੇ ਪਰਮੇਸ਼ਰ ਦੇ ਨੇੜੇ ਆ ਕੇ ਉਸ ਦੇ ਰਾਜ ਦੇ ਅਧਿਕਾਰੀ ਬਣ ਜਾਣ। ਇਸ ਲਈ ਪ੍ਰਿਯੋ, ਅਸੀਂ ਇਸ ਜੀਵੰਤ ਵਚਨ ਦੇ ਪਿੱਛੇ ਚੱਲੀਏ ਜਿਹੜਾ ਚਾਨਣ ਹੈ, ਜਿਹੜਾ ਸਾਨੂੰ ਚਾਨਣ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ। ਪਰਮੇਸ਼ਰ ਆਪ ਨੂੰ ਇਸ ਤਰ੍ਹਾਂ ਕਰਨ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਹਾਰਾਜ।